श्री वाहेगुरु साहिब सतनाम जी। वाहेगुरु 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 जी। सतनाम 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 जी। वाहेगुरु 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 जी। एक ओंकार सतनाम करता पुरख निर्भव निर्वैर अकाल मूर्ति अजूनी सैभं गुर प्रसाद जप आद सच जुगाद सच है भी सच नानक होसी भी सच। एक ओंकार सतनाम करता अपुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच। नानक होसी भी सच। ज्ञान कमाइए पूछ जना। गुरसिख मीत चलो गुर चाली। जो गुरु कहे सोई पढ़ मानो। हर हर कथा निराली। कीता लोड़िए कम सो हर पे आखिए। कारज दे सवार सतगुर सत साखिए। जे कोई वड्डा आदमी मित्र होवे कई दा उनके कंन चों कढ़ दी एक बारी असी आ काम करन लगे हाँ। कई बारी वड्डे कोई लीडर कोई अफसर कोई ओहो जिहा भी धंधा करना होवे ते उन्हां दे कंन चों कढ़ दीदा कि कोई अड़चन पई वो निगाह रखणगे। गुरु साहब कहंदे ने एक बारी जो तू करन लगा है गुरां नूं कह दे। फिर गुरु साहब देखणगे। कीता लोड़िए कम सो हर पे आखिए। कारज दे सवार सतगुर सच साखिए। जेड़ा भी काम कर लगियां गुरां दे कन्ना चों कढ़ दिए गुरां नूं कह दिए। गुरु किरपा दे दाते ने। सिर्फ सानू मंगना नहीं आउंदा सतगुरु दाते ने। सारे जीहां दे सबना जियां का एक दाता सो मैं विसर न जाई।
ਗੁਰੂ ਸਾਹਿਬ ਕਹਿੰਦੇ ਨੇ ਸਾਰਿਆਂ ਜੀਆਂ ਦੇ ਇੱਕੋ ਹੀ ਦਾਤੇ ਨੇ, ਸਾਨੂੰ ਭੁੱਲਣੇ ਨਹੀਂ ਚਾਹੀਦੇ। ਪਰ ਮਰਜ਼ਾਦਾ ਨਾਲ ਹੋਵੇ ਬਹੁਤ ਜ਼ਰੂਰੀ ਹੈ ਸਿੱਖ ਧਰਮ ਦੇ ਵਿੱਚ ਆਨੰਦ ਕਾਰਜ ਕਰਨਾ। ਇਸ ਨੂੰ ਵਿਆਹ ਕਹਿੰਦੇ ਆ। ਮਹਾਂਪੁਰਸ਼ਾਂ ਦੀ ਸੰਗਤ ਕੀਤੀ ਸੀ, ਕੀਮਤ ਮਿਲ ਗਈ, ਨਹੀਂ ਤਾਂ ਵਿਆਹ ਹੁੰਦੇ ਆ ਸ਼ਰਾਬਾਂ ਤੇ ਮਾਸ, ਪਾਪ ਹੁੰਦੇ ਆ। ਇੱਕ ਸੰਗੀਆਂ ਦੇ ਘਰ 'ਚ ਬੱਚਾ ਨਹੀਂ ਹੁੰਦਾ ਸੀ। ਮਹਾਂਪੁਰਖਾਂ ਨੇ ਕਿ ਬੜੇ ਤਗੜੇ ਸਰਦਾਰ ਸੀ। ਮਹਾਂਪੁਰਖਾਂ ਨੇ ਕਿਹਾ ਵੀ ਹੋਏਗਾ ਪੁੱਤਰ, ਪਰ ਕੋਈ ਪਾਪ ਨਾ ਕਰਿਓ। ਜਦੋਂ ਨਾ ਕਰੇ ਪੁੱਤਰ ਹੋਇਆ। ਬੜੇ ਵੱਡੇ ਸਰਦਾਰ ਸੀ, ਬੜਿਆਂ ਦਾ ਆਉਣਾ ਜਾਣਾ ਸੀ। ਉਹਨਾਂ ਕਿਹਾ ਵੀ ਸਰਦਾਰ ਜੀ ਇੰਨੇ ਸਾਲਾਂ ਬਾਅਦ ਪੁੱਤਰ ਹੋਇਆ, ਘਰ ਬੱਚਾ ਹੈ ਹੀ ਨਹੀਂ ਸੀ, ਤੇ ਖੁਸ਼ੀ ਤਾਂ ਕਰਨੀ ਚਾਹੀਦੀ ਹੈ। ਸਾਰਿਆਂ ਨੇ ਪ੍ਰੇਰਨਾ ਦਿੱਤੀ, ਬੱਕਰੇ ਲਿਆਂਦੇ ਗਏ ਵੱਢ ਕੇ ਮਾਸ ਬਣਾਉਣ ਵਾਸਤੇ, ਸ਼ਰਾਬ ਲਿਆਂਦੀ ਗਈ। ਕਈਆਂ ਨੂੰ ਭੁਲੇਖਾ ਕਿ ਸ਼ਾਇਦ ਇਹੀ ਖੁਸ਼ੀ ਹੈ। ਪਾਪ ਕਰਨਾ ਖੁਸ਼ੀ ਨਹੀਂ ਹੁੰਦੀ, ਇਹ ਖੁਸ਼ੀ ਦਾ ਨਾਸ ਮਾਰਨਾ ਹੈ, ਖੁਸ਼ੀ ਨਸ਼ਟ ਕਰਨੀ ਹੈ। ਉਹਨਾਂ ਨੇ ਮਾਸ, ਸ਼ਰਾਬ, ਬੱਕਰੇ ਬਣਨੇ ਸ਼ੁਰੂ ਹੋ ਗਏ, ਸ਼ਰਾਬ ਵਰਤਣੀ ਸ਼ੁਰੂ ਹੋ ਗਈ। ਉਧਰੋਂ ਸੁਨੇਹਾ ਆ ਗਿਆ ਕਿ ਬੱਚੇ ਨੂੰ ਇੱਕੋ ਦਮ ਦੌਰਾ ਪਿਆ, ਬੱਚੇ ਦੀ ਮੌਤ ਹੋ ਗਈ। ਜਿੰਨੇ ਸੱਜਣ ਮਿੱਤਰ ਆਏ ਸੀ ਖੁਸ਼ੀਆਂ ਮਨਾਉਣ ਵਾਲੇ, ਸਾਰੇ ਇਲਾਕੇ ਦੇ ਵੱਡੇ ਵੱਡੇ ਸਰਦਾਰ, ਲੀਡਰ ਇਕੱਠੇ ਸੀ। ਸੁਣਦਿਆਂ ਸਾਰ ਸਭ ਦੇ ਹੱਥ ਢਿੱਲੇ ਪੈ ਗਏ। ਜਿਹੜੇ ਸੱਜਣ ਮਿੱਤਰ ਕਰਦੇ ਸੀ, ਅੱਜ ਪੁੱਤਰ ਹੀ ਮਰ ਗਿਆ। ਸਾਰੇ ਮੁੜ ਗਏ। ਉਹ ਕੁਝ ਕਰ ਥੋੜਾ ਸਕਦੇ ਸੀ। ਜਿਹੜੇ ਖਾਣ ਪੀਣ ਵਾਲੇ ਆ, ਉਹ ਕੁਝ ਸਵਾਰ ਥੋੜਾ ਸਕਦੇ ਆ। ਉਹ ਤਾਂ ਸਤਿਗੁਰੂ ਕਹਿੰਦੇ ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ। ਇਹ ਤਾਂ ਜਿੰਨਾ ਚਿਰ ਖਾਣਾ ਪੀਣਾ ਉਹਨਾਂ ਚਿਰ ਹੀ ਤੁਹਾਡੀ ਦੋਸਤੀ। ਇਹ ਮਾਇਆ ਦੀ ਦੋਸਤੀ ਕੱਚੀ ਹੈ। ਸਤਿਗੁਰ ਦੀ ਦੋਸਤੀ ਪੱਕੀ ਹੈ। ਇਹ ਗੁਰਾਂ ਦੀ ਦੋਸਤੀ। ਅਸੀਂ ਕਿਹਾ ਵੀ ਸ਼ਾਇਦ ਇਹ ਕੋਈ ਮਾਸ ਵਗੈਰਾ ਬਣਾਉਣ ਹੋਟਲ 'ਚ, ਤੇ ਆਪਾਂ ਸਾਰਿਆਂ ਨੂੰ ਕਿਹਾ ਵੀ ਕਿਸੇ ਨੇ ਹੋਟਲ ਦੀ ਰੋਟੀ ਨਹੀਂ ਖਾਣੀ ਇਹਨਾਂ ਦੀ, ਆਪਾਂ ਇੱਥੇ ਲੰਗਰ ਚਲਾਵਾਂਗੇ। ਫਿਰ ਇਹਨਾਂ ਦੱਸਿਆ ਜੀ ਨਹੀਂ ਜੀ, ਉੱਥੇ ਤਾਂ ਕੋਈ ਆਂਡਾ ਮਾਸ ਕੋਈ ਚੀਜ਼ ਨਹੀਂ। ਅਸੀਂ ਕਿਹਾ ਵੀ ਠੀਕ ਹੈ, ਫਿਰ ਉਹੀ ਭੋਗ ਲੱਗੇਗਾ ਗੁਰੂ ਸਾਹਿਬ ਨੂੰ, ਉਹੀ ਲੰਗਰ ਸੰਗਤ 'ਚ ਵਰਤੇਗਾ। ਇਹ ਗੁਰੂ ਨੇ ਲਾਜ ਰੱਖੀ ਸਾਡੀ। ਬਾਬਾ ਜੀ ਕੋਲ ਆਏ, ਬਾਬਾ ਜੀ ਤੁਸੀਂ ਕਿਰਪਾ ਕੀਤੀ ਸੀ ਬੱਚੇ ਦੀ, ਉਹਦੀ ਮੌਤ ਹੋ ਗਈ। ਬਾਬਾ ਜੀ ਕਹਿੰਦੇ ਬੱਚੇ ਦੀ ਕਿਰਪਾ ਕੀਤੀ ਸੀ, ਬੱਕਰੇ ਵੱਢ ਕੇ ਜੀਵ ਹੱਤਿਆ ਕਰਨ ਦੀ ਤਾਂ ਨਹੀਂ ਕੀਤੀ ਸੀ, ਸ਼ਰਾਬਾ ਪਿਆਉਣ ਦੀ ਤਾਂ ਨਹੀਂ ਕੀਤੀ ਸੀ। ਗੁਰੂ ਸਾਹਿਬ ਖੁਸ਼ੀਆਂ ਦੇਣ, ਅਸੀਂ ਖੁਸ਼ੀਆਂ ਦਾ ਨਾਸ ਮਾਰਦੇ ਹਾਂ। ਕੀ ਇਹ ਮਨੋਰੰਜਨ ਨਹੀਂ? ਇਹ ਜਿਹੜਾ ਆਨੰਦ ਹੈ, ਇਹ ਖੁਸ਼ੀ ਹੈ, ਇਹ ਪੱਕੀ ਹੈ। ਗੁਰੂ ਤੋਂ ਟੁੱਟ ਕੇ ਮਨੋਰੰਜਨ ਕਰਨੇ ਉਹ ਨੇ ਮਾੜੇ। ਬਾਬਾ ਜੀ ਦੇ ਸੰਗੀ ਸੀ,
ਪੁੱਛੋ ਦੇ ਉਹਨਾਂ ਨੇ ਵਿਆਹ, ਮੁੰਡੇ ਦਾ ਵਿਆਹ ਸੀ, ਸਰਦਾਰ ਸੀ। ਬਾਬਾ ਜੀ ਦੇ ਕੋਲ ਗਏ। ਬਾਬਾ ਜੀ ਨੂੰ ਪਤਾ ਲੱਗਿਆ ਵੀ ਇਹਨਾਂ ਵਿਆਹ ਤੇ ਨਾਚ ਗਾਣੇ ਦਾ ਪ੍ਰੋਗਰਾਮ ਰੱਖਿਆ, ਗਾਉਣ ਵਾਲੀ ਆਏਗੀ। ਕੰਜਰੀ ਵੇਸ਼ਵਾ ਕਹਿੰਦੇ ਸੀ, ਹੁਣ ਤਾਂ ਭਾਵੇਂ ਗਾਇਕਾ ਕਹਿ ਲਓ, ਕੁਝ ਕਹਿ ਲਓ, ਉਸ ਸਮੇਂ ਕੰਜਰੀ ਕਹਿੰਦੇ ਸੀ। ਬਾਬਾ ਜੀ ਨੇ ਸੱਦ ਲਿਆ ਵੀ ਤੁਸੀਂ ਸਾਡੇ ਸੰਗੀ ਸੇਵਕ ਰੋਜ਼ ਗੁਰੂ ਘਰ ਆਉਂਦੇ ਜੀ, ਤੇ ਜਿਹੜੇ ਸਾਡੇ ਸੰਗੀ ਨੇ ਉਹਨਾਂ ਦੇ ਘਰ ਕੰਜਰੀਆਂ ਨੱਚਦੀਆਂ ਨਹੀਂ ਚੰਗੀਆਂ ਲੱਗਦੀਆਂ। ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਗੁਰੂ ਸਾਹਿਬ ਨੇ ਦਿੱਤਾ ਸੀ, ਤੇ ਰਾਜੇ ਜਿਹੜੇ ਨੇ ਉਹ ਕਰਦੇ ਆ ਖੁਸ਼ੀਆਂ। ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ, ਮਹਾਰਾਜ ਵੀ ਤੁਸੀਂ ਵੀ ਕੰਜਰੀ ਨਚਾਓ, ਨਾਚ ਗਾਣਾ ਵੇਖੋ, ਰਾਜੇ ਜੇ ਰੰਗ ਰਾਗ ਮੰਨਣੇ ਚਾਹੀਦੇ। ਮਹਾਰਾਜ ਰਣਜੀਤ ਸਿੰਘ ਕਹਿੰਦੇ, ਮੈਂ ਗੁਰੂ ਖਾਂ, ਮੇਰੇ ਨਾਲ ਗੁਰੂ ਦਾ ਨਾਮ ਲੱਗਿਆ, ਕੰਜਰੀਆਂ ਨਚਾਉਣੀਆਂ ਠੀਕ ਨਹੀਂ। ਫਿਰ ਪਿਆਲੇ ਪੀਂਦੇ ਆ, ਨਾਚ ਗਾਣੇ ਕਰਾ ਕੇ ਸ਼ਰਾਬਾਂ ਦੇ ਪਿਆਲੇ ਪੀਂਦੇ ਆ। ਫਿਰ ਗਾਂ ਕੰਮ ਚੱਲਦਾ ਸਾਰਾ। ਉਹਨੂੰ ਕਹਿ ਦਿੰਦੇ ਪਾਪ। ਜਥੇਦਾਰ ਅਕਾਲ ਤਖਤ ਸਾਹਿਬ ਦੇ, ਉਹਨਾਂ ਨੂੰ ਪਤਾ ਲੱਗਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਕੰਜਰੀ ਨਚਾਈ ਹੈ। ਉਹਨਾਂ ਨੇ ਸੱਦਿਆ ਤਖਤ ਤੇ ਵੀ ਗੁਰਸਿੱਖਾਂ ਦਾ ਪਹਿਲਾ ਰਾਜਾ ਹੈ ਤੂੰ ਰਣਜੀਤ ਸਿੰਘ, ਸਾਰੀ ਤੈਨੂੰ ਕਿਰਪਾ ਗੁਰੂ ਰਾਮਦਾਸ ਦੀ ਹੋਈ, ਤੇ ਤੇਰਾ ਕੰਮ ਨਹੀਂ ਕੰਜਰੀਆਂ ਨਚਾਉਣੀਆਂ। ਗੁਰੂ ਘਰ ਵੱਲੋਂ ਤੈਨੂੰ ਸਜ਼ਾ ਦਿੱਤੀ ਜਾਏਗੀ ਕਿ ਇਹੋ ਜਿਹਾ ਪਾਪ ਫਿਰ ਨਾ ਹੋਵੇ। ਮਹਾਰਾਜਾ ਰਣਜੀਤ ਸਿੰਘ ਦੇਸ਼ ਦਾ ਰਾਜਾ, ਜਿਹੜਾ ਸਾਡਾ ਪਾਕਿਸਤਾਨ ਹੈ, ਪੰਜਾਬ ਹੈ, ਹਰਿਆਣਾ ਹੈ, ਹਿਮਾਚਲ ਹੈ, ਜੰਮੂ ਕਸ਼ਮੀਰ ਹੈ, ਦਿੱਲੀ ਤੱਕ ਪੰਜਾਬ ਸੀ, ਲਾਹੌਰ ਤੋਂ ਦਿੱਲੀ ਤੱਕ, ਇਧਰ ਪਹਾੜਾਂ 'ਚ ਸ੍ਰੀਨਗਰ, ਕਾਬਲ ਕੰਧਾਰ ਤੱਕ, ਜਿੱਥੋਂ ਦੇ ਰਾਜਾ ਰਣਜੀਤ ਸਿੰਘ ਰਾਜੇ ਸੀ। ਇਹ ਪਹਿਲੀ ਵਾਰੀ ਗੁਰਸਿੱਖਾਂ ਨੂੰ ਰਾਜ ਮਿਲਿਆ ਹੈ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਤੂੰ ਦੂਜਿਆਂ ਰਾਜਿਆਂ ਵਰਗਾ ਨਹੀਂ। ਅਕਾਲੀ ਫੂਲਾ ਸਿੰਘ ਜਥੇਦਾਰ ਕਹਿਣ ਲੱਗਾ, ਇਹਨੂੰ ਇਮਲੀ ਨਾਲ ਬੰਨੋ। ਇਮਲੀ ਦਾ ਦਰਖਤ ਸੀ ਮਹਾਰਾਜਾ ਰਣਜੀਤ ਸਿੰਘ, ਕਿ ਇਹਨੇ ਕੰਜਰੀ ਨਚਾਈ ਹੈ, ਉਹਦੇ ਨਾਲ ਬੰਨਿਆ ਗਿਆ। ਇਹਨੂੰ ਕੋਰੜੇ ਮਾਰੋ, ਕਿਉਂਕਿ ਜਮਾਂ ਦੀ ਮਾਰ ਪੈਣੀ ਹੈ। ਜਿਹੜੇ ਮਾੜੇ ਨਾਚ ਗਾਣੇ ਵੇਖਦੇ ਆ, ਗੰਦ ਭੋਗਦੇ ਆ, ਗੰਦ ਖਾਂਦੇ ਆ, ਇਹਨੂੰ ਇੱਥੇ ਹੀ ਮਾਰੋ। ਉਹਨਾਂ ਨੇ ਪ੍ਰਵਾਨ ਕੀਤੀ, ਮਾਫੀ ਮੰਗੀ, ਭਾਂਡੇ ਮਾਂਜੇ, ਅਗਾਂਹ ਤੋਂ ਐਸੀ ਗਲਤੀ ਨਹੀਂ ਹੋਏਗੀ। ਦੇਸ਼ ਦੇ ਰਾਜੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅੱਗੇ ਮਾਫੀ ਮੰਗੀ ਤੇ ਸਜ਼ਾ ਪ੍ਰਵਾਨੀ। ਜਦੋਂ ਅਸੀਂ ਗੁਰੂ ਕੇ ਬਣ ਜਾਈਏ, ਫਿਰ ਕੰਮ ਗੁਰੂ ਕਿਆਂ ਵਾਲੇ ਕਰੀਏ। ਭਗਤ ਤੇਰੇ ਮਨ ਭਾਵਦੇ, ਦਰ ਸੋਹਿਣ ਕੀਰਤ ਗਾਵਦੇ। ਇਹ ਕੀਰਤਨ ਕਰਦੇ ਸੋਹਣੇ ਲੱਗਦੇ ਆ, ਨਾਮ ਜਪਦੇ ਸੋਹਣੇ ਲੱਗਦੇ, ਠੀਕ ਹੈ। ਵਿਆਹ ਦੀਆਂ ਖੁਸ਼ੀਆਂ,
ਵਧੀਆ ਵਧੀਆ ਪਕਵਾਨ ਬਣਾਓ ਜਿਹੜੇ ਸਤਿਗੁਰੂ ਨੇ ਮਨੁੱਖ ਵਾਸਤੇ ਦਿੱਤੇ ਆ। ਜੇ ਪ੍ਰਸ਼ਾਦ 36 ਅੰਮ੍ਰਿਤ ਖਾਏ ਤਿਸ ਠਾਕਰ ਕੋ ਰਖ ਮਨ ਮਾਈ। ਤੈਨੂੰ ਪਰਮੇਸ਼ਰ ਨੇ ਬਹੁਤ ਸੋਹਣੇ ਪਦਾਰਥ ਦਿੱਤੇ ਆ, ਬਣਾਓ। ਦੂਸਰਾ ਹੈ ਵਿਆਹ ਦੇ ਵਿੱਚ ਗਾਉਣਾ, ਖੁਸ਼ੀਆਂ ਕਰਨੀਆਂ ਆਪਦੀਆਂ। ਇਹ ਵੀ ਸੀ ਇਹਨਾਂ ਨੂੰ ਕਿਹਾ ਭਾਈ ਤੁਸੀਂ ਕਰੋ ਆਪਦਾ, ਪਰਿਵਾਰ ਬੈਠ ਕੇ। ਇਹਦੀ ਇਜਾਜ਼ਤ ਕਿ ਵਿਆਹ ਦੇ ਚਾਅ ਨਹੀਂ, ਕੋਈ ਛੰਦ, ਕੋਈ ਘੋੜੀਆਂ, ਕੋਈ ਕਿਸ ਤਰ੍ਹਾਂ ਗੀਤ ਗਾਉਂਦਾ ਹੈ। ਇਹਨੂੰ ਸੱਭਿਆਚਾਰਕ ਪਰਿਵਾਰ ਦੇ ਵਿੱਚ ਖੁਸ਼ੀਆਂ ਨੇ। ਦੂਸਰਾ ਆਪਾਂ ਰੈਣ ਸਬਾਈ ਕਰਨੀ। ਵਿਆਹ ਸਾਰਾ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਕਰਨਾ ਹੈ। ਸਾਰੀ ਰਾਤ ਕੀਰਤਨ ਹੋਏਗਾ, ਰਾਤ ਨੂੰ ਗੁਰੂ ਸਾਹਿਬ ਦੇ ਕੋਲ ਆਨੰਦ ਕਾਰਜ ਹੋਣਗੇ ਚਰਨਾਂ 'ਚ। ਐਸਾ ਹੀ ਸਾਰਾ ਪ੍ਰੋਗਰਾਮ ਰੱਖਿਆ ਗਿਆ। ਅਸੀਂ ਵੀ ਸਪੈਸ਼ਲ ਕਰਕੇ ਉਧਰ ਪ੍ਰੋਗਰਾਮ ਛੱਡ ਕੇ ਇੱਥੇ ਹਾਜ਼ਰ ਹੋਏ ਹਾਂ। ਕਿ ਐਸੇ ਸ਼ੁਭ ਕਾਰਜ ਕਰਨੇ ਸਾਡੇ ਗੁਰਾਂ ਨੇ ਸ਼ੁਰੂ ਕੀਤੇ ਸੀ। ਧੰਨ ਗੁਰੂ ਅਮਰਦਾਸ ਜੀ ਨੇ ਆਨੰਦ ਕਾਰਜ ਦੀ ਮਰਜ਼ਾਦਾ ਸ਼ੁਰੂ ਕੀਤੀ। ਸਾਡਾ ਫਰਜ਼ ਬਣਦਾ ਇਸ ਤੇ ਪਹਿਰਾ ਦੇਈਏ। 4 ਕੁ ਜਣੇ ਜਾ ਕੇ ਨਾ ਗੁਰਦੁਆਰੇ ਆਨੰਦ ਕਾਰਜ ਕਰਕੇ ਆ ਜਾਂਦੇ ਆ ਤੇ ਵਿਆਹ ਕਰਦੇ ਆ ਤੇ ਪਾਪ ਕਰਦੇ ਰੱਜ ਕੇ, ਪੁੰਨ ਸਾੜਦੇ ਨੇ ਰੱਜ ਕੇ ਆਪਦੇ। ਤੇ ਗੁਰੂ ਆਨੰਦ ਕਾਰਜ ਵੇਲੇ 2 ਕੁ ਜਣੇ 2-4 ਜਣੇ ਜਾ ਕੇ ਜਾਓ, ਉਹ ਵੀ ਮਜਬੂਰੀ ਬਹੁਤ ਵੱਡੀ, ਪ੍ਰੋਗਰਾਮ ਨਹੀਂ। ਫਿਰ ਆਨੰਦ ਕਾਰਜ ਕਰਦੇ ਆ, ਦੇਖਦੇ ਆ, ਬਸ ਛੇਤੀ ਛੇਤੀ ਪੜ੍ਹਦੇ ਹੋ, ਛੇਤੀ ਛੇਤੀ ਸ਼ਬਦ ਪੂਰੇ ਕਰਦੇ ਹੋ, ਅਰਦਾਸ ਕਰਦੇ ਹੋ। ਸਾਡਾ ਕਿ ਆਨੰਦ ਕਾਰਜ ਕਰਾਂਗੇ। ਅੱਜ ਦੀ ਰਾਤ ਅਸੀਂ ਗੁਰੂ ਨੂੰ ਦਿੱਤੀ ਹੈ, ਆਨੰਦ ਦਾ ਹੀ ਕਾਰਜ ਕਰਾਂਗੇ। ਮਨ ਲਾ ਕੇ ਲਾਵਾਂ ਪੜੀਆਂ ਜਾਣਗੀਆਂ, ਮਨ ਲਾ ਕੇ ਅਰਦਾਸਾਂ ਹੋਣਗੀਆਂ, ਮਨ ਲਾ ਕੇ ਕੀਰਤਨ ਹੋਏਗਾ। ਸੰਧਿਆ ਵੇਲੇ ਤੋਂ ਲੈ ਕੇ ਸਵੇਰ ਤੱਕ ਕੀਰਤਨ ਹੋਏਗਾ। ਤੇ ਇਹ ਆਨੰਦ ਕਾਰਜ ਦੀ ਗੁਰੂ ਨਾਨਕ ਦੇ ਘਰ ਦੀ, ਗੁਰੂ ਅਮਰਦਾਸ ਸਾਹਿਬ ਦੀ ਚਲਾਈ ਹੋਈ ਮਰਜ਼ਾਦਾ ਹੈ। ਬੜੇ ਸ਼ਬਦ ਗੁਰਬਾਣੀ 'ਚ ਵਿਆਹ ਦੇ ਲਿਖੇ ਆ। ਫਿਰ ਰਾਗੀ ਸਿੰਘ ਉਹ ਪੜ੍ਹਦੇ ਨੇ, ਸੰਗਤਾਂ ਨੂੰ ਆਨੰਦ ਆਉਂਦਾ ਹੈ। ਗਾਓ ਗਾਉਰੀ ਦੁਲਹਨੀ ਮੰਗਲ ਚਾਰਾ, ਮੋਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਪਰਮਾਤਮਾ ਦਾ ਨਾਮ ਜਪਿਆ ਜਾਏ। ਉਹਨਾਂ ਨੇ ਬੱਚੇ ਦੀ ਜਨਮ ਦੀ ਖੁਸ਼ੀ ਵਿੱਚ ਪਾਪ ਕੀਤੇ, ਬੱਚੇ ਦੀ ਮੌਤ ਹੋ ਗਈ। ਬਾਬਾ ਜੀ ਕੋਲ ਗਏ, ਬਾਬਾ ਜੀ ਵੀ ਹੁਣ ਕਿਰਪਾ ਕਰ ਦਿਓ, ਇੱਕ ਵਾਰੀ ਬਖਸ਼ ਦਿਓ। ਬਾਬਾ ਜੀ ਕਹਿਣ ਲੱਗੇ ਕੋਈ ਮਹਾਂਪੁਰਖ, ਕੋਈ ਚੰਗੀ ਰੂਹ ਤੁਹਾਡੇ ਘਰ ਆਈ ਸੀ, ਉਹਨੇ ਸਾਨੂੰ ਵੀ ਲਾਂਭਾ ਦਿੱਤਾ ਕਿ ਬਾਬਾ ਜੀ ਤੁਸੀਂ ਸਾਨੂੰ, ਮੈਨੂੰ ਉਹਨਾਂ ਦੇ ਘਰੇ ਭੇਜਿਆ, ਉੱਥੇ ਤਾਂ ਮਾਸ ਬਣਦਾ ਹੈ, ਸ਼ਰਾਬਾਂ ਚੱਲਦੀਆਂ ਏ, ਮੈਂ ਇਸ ਘਰ 'ਚ ਨਹੀਂ ਰਹਿਣਾ। ਉਹ ਰੂਹ ਪਾਪ ਹੁੰਦੀ ਵੇਖ ਕੇ ਚਲੀ ਗਈ ਵੀ ਇਸ ਘਰ ਵਿੱਚ ਪਾਪ ਹੁੰਦੇ ਹਨ। ਉਹਨੇ ਮਨ ਜੋੜਿਆ ਨਿਰੰਕਾਰ ਦੇ ਚਰਨਾਂ ਨਾਲ। ਕੋਈ ਰੱਬ ਦੀ ਰੂਹ ਸੀ ਬਖਸ਼ੀ ਹੋਈ, ਉਹ ਵਾਪਸ ਚਲੀ ਗਈ। ਹੁਣ ਇਸ ਕੁੱਲ ਨੂੰ ਸਰਾਪ ਹੋ ਗਿਆ। ਹੁਣ ਇਸ ਮਾਂ ਦੀ ਕੁੱਖੋਂ ਕੋਈ ਜਨਮ ਲੈਣ ਨਹੀਂ ਲੱਗਾ।
जिन हर हिरदे नाम ना वसियो तिन मात कीजे हर वांझा। परमात्मा इहो जी मां जम्मे ही ना जिहड़ी मां जमदी है ते बच्चे पाप करदे आ। जिस मां दे जम्मे तो पाप होण ऐसी मां बच्चे नूं जम्मे ही ना कदी। गुरु साहब कहंदे आ तिन मात कीजे हर वांझा। उस मां नूं सराप हो जाता है। गुरु साहब दे चरनां च भगती करनी शाम नूं सारी संगत ने सुखमनी साहब दे पाठ कीते। बाबा खेम सिंह जी महापुरुष विच बैठ के कराउंदे हुंदे सी। आप दी निगरानी च महापुरखां दी हाजरी पै जांदी। फिर बाबा खेम सिंह जी दी, बाबा कुंदन सिंह जी महाराज जी दी, उन्हां दी हाजरी पै गई। कीर्तन हो गए, सुखमनी साहब दे पाठ होए। गुरु दे गुण गा के ये कारज एक बारी होंदा है। दुनिया गलत ढंग नाल इस कारज नूं करदी है। महाराज फिर खुश नहीं होंदे। सतगुरु खुश ने ते महासंपड़ पाठ होए, खंड पाठ होए, बड़ा सोहना कारज होया है। इस तरह होटलों दे विच पूरी आज़ादी दे नाल विआह शादी दे कारज करने बड़े महंगे होंदे आ, पर गुरमुखां वास्ते महंगे नहीं होंदे। सतगुरु खुशियां देंदे आ, सतगुरु कृपा करदे आ। गुरु दी आशीर्वाद कृपा लेनी है, गुरु दी ओट लेनी, गुरु दा आसरा लेना है। ऐसे कारजां दे विच सतगुरां दे चरनां विच बहना है। बैठियां ये घड़ियां सत्संग दियां दरगाह च लिखियां जांदियां। गुरुआं दे कारज भी होए विआह दे। गुरु अर्जन देव जी की शादी हुई। उन्हां दी साली सी हरहां। उन्होंने फिर गुरु साहब ने उपदेश दिता, वो गुरबाणी विच वैदा संधा संग कट्ठा होया, औखद आए रास विच आप खलोया, जो जो उन्ना कर्म सो कर्म होए पसरिया। हर हाँ दुख रोग सब पाप तन ते खिसरिया। अपनी साली नूं गुरु अर्जन देव जी ये उपदेश दे रहे हैं। डिठे सबे थाम नहीं तुझ जेहा, बद हों पुरख विधाते तां तू सोया। बस दी सगणे अपार अनूप रामदासपुर, हर हाँ नानक कसम जाइए नाइए रामदास सर। हर हाँ अपनी साड़ी नूं आखिया है इशनान करिए, गुरु रामदास दे सरोवर च पाप चले जाते हैं। उस दरबार वर्गा कोई दरबार नहीं गुरु रामदास दे। ये जिहड़े गुरमुख कट्ठे होंदे आ ना साडे दुख तकलीफ च, समझो ये डॉक्टर आए ने वैद, ये साडी दुआ करनगे। वैदा संधा संग कट्ठा होया, ये सारे अरदास बेनती साडा भला लोचणगे।
औखद आए रास विच आप खलोया। ये सारे औखद दवाइयां रास आ गईयां, विच आप रब खड़ा होया। जो जो उन्हां कर्म जेड़े इन्हां कर्म कीते ना, वो बन गए सुकर्म। शुकर्म बहुत अच्छे कर्म, सुकर्म हुए पसरिया। वो कर्म बन गए बड़े शुकर्म, शुभ कर्म। ते हर हाँ सतगुरु गुरु अर्जन देव जी कहते ने, हर हाँ सारे दुख रोग पाप शरीर चो चले गए। जदों संगत इकट्ठी हुई, सारियां ने असीसां दित्तियां, सब संगत ने दुआवां कीतियां, ते उस समय जेड़े दुख रोग पाप सी साडे आउण वाले, वो शरीर चो खत्म हो गए गुरु साहब दी मेहर दे नाल। गुरमुख सोभदे आ गुरु दे चरनां च। एडे वड्डे साहब दे कोल बैठे असीं सोहणे लगदे। ब्याह किसे दा, भैन भाई रिश्तेदार आए, बहाने नाल उन्हां नूं संगत विच बैठना मिल गया ते उन्हां दे पुण्य बन गए। जेड़ी चीज वो लैके गए ना, वो कोई किसी विआह चो मिल नहीं सकती। विआहां च जाईदा, खाना पीना मिलता है। हुण तां पहलों ही दे दिंदे आ मठियाई बना के घरां च, उदों बाद च दिंदे सी। भाजी कहिंदे सी उहनूं। इहो जिहियां चीज़ां विआह च मिलदियां रिश्तेदारां नूं। होर कोई शगन वगैरह मिल जाते आ, कई जातां नूं मिल जाता, विचों धन मिल जाता है। पर इस विआह दे कारज जेड़े आण के रैन सवाई कीर्तन च बैठे, सुखमनी साहब दे पाठ कीते, कई ऐसे भी परिवार हो जाते हैं कि उन्होंने आ जिहड़ा कर्म सी वो पहली वारी ही कीता है विआह दे बहाने। परोपकार हो गया कि कित्थे उन्हां संगत विच बहना ही नहीं सी, आउणा नहीं सी, पर उन्हां नूं आउणा संगत च नसीब हो गया। ब्याह दे बहाने, रिश्तेदारी दे बहाने उस संगत विच जुड़ के बैठे। अखंड पाठ हुंदा सी, मैं छोटा जिहा सी, ब्याह दा अखंड पाठ होना ते पूरे रिश्तेदार भैन भाई नगरां वाले उन्होंने अखंड पाठ का भोग सुनना, आरती कीर्तन सुनना, अरदास करनी, लंगर छकना। ये हुंदा सी विआह दा पाठ। फिर हुंदा सी आनंद कारज। आनंद कारज पूरे रिश्तेदार भैन भाई उदों बैठिया करते सी। मिंदर सिंह मेरा भरा सी ते नरिंदर सिंह वो दो, उदों मैं छोटा सी नानकसर। उन्हां दोनों दे सेहरे मैं आप बनाए सी, आप लिखे सी ते आप ही बोले सी। उन्हां दे विआह च सेहरा मैं आप ही गाया सी। सेहरा गाउंदे सी, सिक्ख्या गाउंदे सी बच्चे, ते मैं सारिਆਂ तो छोटा भरा सी, वो वड्डे सी। उन्हां दे विआह च फिर मैं सेहरे गाए सी दोनों दे। नानकसरों गया सी बाबा जी तो आग्या लेके विआह देखण वास्ते, पर बाबा जी ने कृपा की, इन्नी को मत देती सी कि चोला नहीं लाउणा, गोल पग नहीं हटाउणी,
नहीं तो कई बिहंगम गुठ वालियां पग्गा बन के दूजे कपड़े पा के जाके ब्याहां शादियां च जांदे आ ते करदे आ। मैं रखिया सी बाबा जी का चोला नहीं लाउणा, जिहड़ा पालिया जिहड़ी पग बन ली ये लाउणी नहीं, भावें कुछ भी होई। एक दो गल्लां धारियां सी पक्कियां। एक तां जिहड़े महापुरखां दे चरण फड़े ने यही मेरे गुरु ने। संगत किन्नियां महापुरखां दी करिए, खुशियां किन्नियां तो मर्जी लै लीए, पर गुरु मेरे ही। गुरु नहीं बदले जाणगे, दूजा ये पहरावा नहीं बदलिया जाएगा। एक तां अपने गुरदेव महापुरखां नूं छड्ड के किते जाना नहीं, दूजा ये बाणा नहीं लाउणा। ये दो गल्लां मन च रखियां सी ते गुरु साहब ने कहा, गुरु साहब फिर तेरी लाज रखदे आ जे तू कोई रखेगा मन च। तू साहिब हों सांगी तेरा, मैं तेरा सांग ही कीता है। तेरे वर्गा चोला पाया, तेरे वर्गी पग बन्नी, पर मैं तेरे वर्गा है नहीं बाबा नंद सिंह जी। तेरे वर्गा चोला पाया, तेरे वर्गी पग बनी, मेरी लाज रख लेनी पग दी चोले दी आपदे दी। फिर गुरु आपदे सिख दे बाणे दी लाज रखदा, बाणे दी। बाणी दी लाज, जिहड़ा सिख बाणी पढ़दा है ना उहदे गुरु हर दुख सुख ते बौड़दा है कि ये मेरा सिख बाणी पढ़दा, भावें मन करके नहीं पढ़दा, पर बाणी पढ़दा इहदी मैं लाज रखांगा। ऐ सिख ने मेरा बाणा पाया है, मैं बाणे दी लाज रखांगा। सतगुरु बाणे बाणी दी लाज रख दी। महापुरुषां दे ब्याहां च मैं गया, एक ब्याह ते थोड़ा जिहा पंगा पै गया सी। जाके मेरा मन बन गया कि मैं भी ब्याह कराना। रौनक रंग राग वेखिया। ब्याह तो बाद जाना सी नानकसर। 2 दिन लंघ गए, 3 दिन माता पिता कहते तू गया नहीं। मैं क्या चला जावांगा। फिर कहते तू गया नहीं। मैं कोई नहीं, मैं चला जावांगा। अखीरी कहते गल दस तू जाता क्यों नहीं। मैं क्या भी मैं ब्याह कराउणा है। ब्याह देख के मेरा भी ब्याह कराउण नूं चेता कर आया। मन डोल जाता, गुरु लाज रख दे। फिर बाबा जी माँ बाप भी चाहते सी कि असी अपने पुत्र नूं बाबा जी के चरणों नाल ला के रखना। मैं जावां ना, मैनू कहते चल आप बाबा जी तो जाके आग्या ले आईए। फिर तू आपदा कोई फिर काम कार कर ली, जे ब्याह कराउणा तां आप आग्या ले आईए। उन्होंने पता सी ये माया का चक्कर है। उन्नी को देर ही है जिन्नी देर ताईं आपदे गुरु दे सामने नहीं होवांगे। जदों होवांगे उदों माया का चक्कर खत्म हो जाएगा। बाबा जी को आग्या लैण वास्ते चले गए ते बाबा जी अगों हस पे। सुखमनी साहब दे अगे खड़े सी। कहंदे 2 गुत्तां वाली भालदा सी। बाबा जी आप पहलों बोले, कहते कोई नहीं रह इत्थे। चलो बाबा जी ने किवें भी बचन किए भी तेरा इत्थे ब्याह कर देंगे, इत्थे तेनू लै देंगे 2 गुत्तां वाली। फिर उन्होंने समा भी दिता सी भी कराला, पर संयोग महापुरखा ने फिर आप मेटे।
ਮਹਾਂਪੁਰਖ ਸਹਾਈ ਹੁੰਦੇ ਨੇ, ਪੜੋ ਸੰਤ ਹੁੰਦੇ ਨੇ ਸਹਾਈ ਸਦਾ ਜੀਵਾਂ ਦੇ। ਪਰ ਮੇਰਾ ਡਾਮਾਡੋਲ ਦਾ ਮਨ ਹੋ ਗਿਆ, ਮਨ ਬਣ ਗਿਆ ਕੰਮ। ਹੋ ਸਕਦਾ ਸੀ ਵੀ ਨਾਨਕਸਰ ਛੱਡ ਦਿੰਦੇ, ਗ੍ਰਸਤ ਵਿੱਚ ਚਲੇ ਜਾਂਦੇ, ਪਰ ਮਹਾਂਪੁਰਖ ਸਹਾਈ ਸੀ। ਉਹਨਾਂ ਨੇ ਫਿਰ ਸੱਦ ਮਾਰੀ। ਨਾਨਕਸਰ ਬੈਠਿਆਂ ਨੇ, ਮੈਂ ਨਹੀਂ ਗਿਆ ਸੀ, ਜਾਣਦੇ ਜਾਂਦੇ ਬੋਲ ਕਹਿ ਦਿੱਤੇ ਕਿ ਵਿਆਹ ਕਰਾਉਣ ਨੂੰ ਫਿਰਦਾ ਸੀ। ਜਾਂਦੇ ਮਹਾਂਪੁਰਖਾਂ ਨੇ ਜਾਣੀ ਜਾਣ ਸੀ। ਫਿਰ ਮਹਾਂਪੁਰਸ਼ ਸੱਦ ਮਾਰਦੇ ਆਪਦੀ, ਤੇ ਫਿਰ ਜੀਵ ਨੂੰ ਸੱਦ ਲੈਂਦੇ ਆ। ਬੋਲੋ ਸੰਤ ਹੁੰਦੇ ਨੇ ਸਹਾਈ ਸਦਾ ਜੀਵਾਂ ਦੇ, ਔਖੇ ਸਮੇਂ ਕੱਢ ਦਿੰਦੇ ਨੇ। ਸੰਤ ਹੁੰਦੇ ਨੇ ਸਹਾਈ ਸਦਾ ਜੀਵਾਂ ਦੇ, ਭਵਜਲ ਤਾਰ ਦਿੰਦੇ ਨੇ। ਸਹਾਈ ਸਦਾ ਜੀਵਾਂ ਦੇ, ਭਵਜਲ ਤਾਰ ਦਿੰਦੇ ਨੇ। ਸੰਤ ਹੁੰਦੇ ਨੇ ਸਹਾਈ ਸਦਾ ਜੀਵਾਂ ਦੇ, ਭਵਜਲ ਤਾਰ ਦਿੰਦੇ ਨੇ। ਸੰਤ ਹੁੰਦੇ ਨੇ ਸਹਾਈ ਸਦਾ ਜੀਵਾਂ ਦੇ, ਭਵਜਲ ਤਾਰ ਦਿੰਦੇ ਨੇ। ਸੰਤ ਹੁੰਦੇ ਨੇ ਸਹਾਈ ਸਦਾ ਜੀਵਾਂ ਦੇ, ਭਵਜਲ ਤਾਰ ਦਿੰਦੇ ਨੇ। ਸੰਤ ਹੁੰਦੇ ਨੇ ਸਹਾਈ ਸਦਾ ਜੀਵਾਂ ਦੇ, ਭਵਜਲ ਤਾਰ ਦਿੰਦੇ ਨੇ। ਸੰਤ ਹੁੰਦੇ ਨੇ ਸਹਾਈ ਸਦਾ ਜੀਵਾਂ ਦੇ, ਭਵਜਲ ਤਾਰ ਭਵਜਲ ਤਾਰ ਦਿੰਦੇ ਦਿੰਦੇ ਨੇ। ਨੇ, ਭਵਜਲ ਤਾਰ ਦਿੰਦੇ ਨੇ। ਭਵਜਲ ਤਾਰ ਦਿੰਦੇ ਨੇ, ਭਵਜਲ ਤਾਰ ਦਿੰਦੇ ਨੇ। ਭਵਜਲ ਤਾਰ ਦਿੰਦੇ ਨੇ, ਭਵਜਲ ਤਾਰ ਦਿੰਦੇ ਨੇ। ਭਵਜਲ ਤਾਰ ਦਿੰਦੇ ਨੇ, ਭਵਜਲ ਤਾਰ ਦਿੰਦੇ ਨੇ। ਓ ਸਾਧੂ ਹੁੰਦੇ ਨੇ ਸਹਾਈ ਸਦਾ ਜੀਵਾਂ ਦੇ, ਭਵਜਲ ਤਾਰ ਦਿੰਦੇ ਨੇ। ਹੁੰਦੇ ਨੇ ਸਹਾਈ ਸਦਾ ਜੀਵਾਂ ਦੇ, ਭਵਜਲ ਤਾਰ ਦਿੰਦੇ ਨੇ। ਸੰਤ ਹੁੰਦੇ ਨੇ ਸਹਾਈ ਸਦਾ ਜੀਵਾਂ ਦੇ, ਭਵਜਲ ਤਾਰ ਦਿੰਦੇ ਨੇ। ਸੰਤ ਹੁੰਦੇ ਨੇ ਸਹਾਈ ਸਦਾ ਜੀਵਾਂ ਦੇ, ਭਵਜਲ ਤਾਰ ਦਿੰਦੇ ਨੇ। ਗੁਰੂ ਸਾਹਿਬ ਦਾ ਸਿੱਖ ਸੀ। ਇੱਕ ਬੱਚਾ ਆਇਆ, ਮਹਾਰਾਜ ਕਹਿੰਦੇ ਤੇਰਾ ਕੀ ਨਾਂ? ਕਹਿੰਦਾ ਜੀ ਜੋਗਾ। ਗੁਰੂ ਗੋਬਿੰਦ ਸਿੰਘ ਕਹਿੰਦੇ ਕਿੰਦੇ ਜੋਗਾ? ਜੀ ਤੁਹਾਡੇ ਜੋਗਾ। ਪਿਸ਼ੌਰ ਦੀ ਸੰਗਤ ਨਾਲ ਆਇਆ। ਗੁਰੂ ਸਾਹਿਬ ਬੜੇ ਖੁਸ਼ ਹੋਏ ਬੱਚੇ ਦੇ ਬੋਲ ਸੁਣ ਕੇ। ਜਦੋਂ ਉਹਨੇ ਕਿਹਾ ਜੀ ਤੁਹਾਡੇ ਜੋਗਾ, ਤੇ ਗੁਰੂ ਸਾਹਿਬ ਕਹਿੰਦੇ ਜੇ ਤੂੰ ਗੁਰੂ ਜੋਗਾ ਹੈ ਤੇ ਗੁਰੂ ਵੀ ਤੇਰੇ ਜੋਗਾ। ਬਚਨ ਦੇ ਦੇ, ਗੁਰੂ ਵੀ ਤੇਰੇ ਜੋਗਾ। ਉਹਦੇ ਵਿਆਹ ਦਾ ਕਾਰਜ ਆਇਆ, ਬੜਾ ਹੀ ਉਹਨੂੰ ਪਿਆਰ ਹੋ ਗਿਆ ਗੁਰੂ ਸਾਹਿਬ ਨਾਲ। ਮਾਂ ਬਾਪ ਲੈ ਗਏ ਵਿਆਹ ਕਰਨ ਵਾਸਤੇ। ਬੜਾ ਹੀ ਭਰੋਸਾ ਸੀ, ਹਰ ਬਚਨ ਗੁਰੂ ਦਾ ਮੰਨਦਾ ਸੀ। ਤੇ ਗੁਰੂ ਸਾਹਿਬ ਨੇ ਪ੍ਰੀਖਿਆ ਵਾਸਤੇ ਸਿੱਖ ਭੇਜੇ ਕਿ ਇਹਦਾ ਜਦੋਂ 2 ਲਾਵਾਂ ਹੋ ਜਾਣ ਤੇ ਹੁਕਮਨਾਮਾ ਅੱਗੇ ਕਰ ਦੇਣਾ ਹੈ ਵੀ ਤੈਨੂੰ ਗੁਰੂ ਸਾਹਿਬ ਨੇ ਬੁਲਾਇਆ। ਐਸੇ ਕਦਮ ਤੇ 2 ਲਾਵਾਂ ਹੋ ਗਈਆਂ ਤੇ ਹੁਕਮਨਾਮਾ ਪੜਿਆ, ਗੁਰੂ ਸਾਹਿਬ ਦਾ ਬਚਨ ਆ ਗਿਆ, ਜੋਗਿਆ ਐਸੇ ਕਦਮ ਤੇ ਹੈ ਤੁਰ ਪੋ ਸਾਡੇ ਵੱਲ।
ਉਹਨੇ ਆਪਣੀ ਕਿਰਪਾਨ ਫੜਾਈ ਕਿ ਇਹਦੇ ਨਾਲ ਬਾਕੀ 2 ਲਾਵਾਂ ਕਰ ਦਿਓ, ਮੈਂ ਗੁਰੂ ਕੋਲ ਚੱਲਿਆ। ਇਧਰੋਂ ਚੱਲ ਪਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਮੇਰਾ ਸਿੱਖ ਮੇਰੇ ਵੱਲ ਆ ਗਿਆ, ਤੇ ਮਨ ਵਿੱਚ ਆ ਗਿਆ ਕਿ ਮੇਰੇ ਵਰਗਾ ਕੋਈ ਸਿੱਖ ਹੋ ਸਕਦਾ ਜਿਹੜਾ ਇੰਨਾ ਗੁਰੂ ਸਾਹਿਬ ਦਾ ਬਚਨ ਮੰਨੇ। ਵਿਆਹ ਵੀ ਵਿੱਚੇ ਛੱਡ ਆਇਆ ਮੈਂ। ਹੰਕਾਰ ਗੁਰੂ ਸਾਹਿਬ ਜਾਣਦੇ ਸੀ, ਹੁਣ ਮੇਰਾ ਸਿੱਖ, ਅੱਗੇ ਸੀ ਪਿਆਰ, ਹੁਣ ਹੋ ਗਿਆ ਹੰਕਾਰ, ਅੰਦਰ ਗੰਦ ਪੈ ਗਿਆ। ਇਹ ਚੀਜ਼ ਚੰਗੀ ਨਹੀਂ। ਕਹਿੰਦੇ ਨੇ ਰੱਬ ਨੂੰ ਹੰਕਾਰ ਨਹੀਂ ਪਾਉਂਦਾ। ਫਿਰ ਮਹਾਰਾਜ ਨੇ ਕੌਤਕ ਵਰਤਾਇਆ, ਮਾਇਆ ਵਰਤਾਈ। ਜਿਹੜਾ ਆਪਣੀ ਸੁੰਦਰ ਪਤਨੀ ਨੂੰ ਵਿਆਹ ਵਾਲੇ ਦਿਨ ਛੱਡ ਕੇ ਤੁਰ ਪਿਆ ਏ, ਉਹੀ ਹੁਸ਼ਿਆਰਪੁਰ ਆਣ ਕੇ ਕੰਜਰੀ ਦੇ ਉੱਤੇ ਡੋਲ ਗਿਆ। ਕੰਜਰੀ ਦਾ ਚੁਬਾਰਾ ਸੀ, ਮਨ ਦੇ ਅੰਦਰ ਪਾਪ ਫੁਰ ਗਿਆ। ਮਹਾਰਾਜ ਨੇ ਇਹ ਦਿਖਾਈ ਕੜਾ ਕਿ ਸਿੱਖਾਂ, ਜੇ ਤੂੰ ਵਿੱਚ ਹੀ ਆਨੰਦ ਕਾਰਜ ਛੱਡਿਆ ਹੈ ਨਾ, ਇਹ ਕਿਰਪਾ ਗੁਰੂ ਦੀ ਏ। ਹੁਣ ਇਹ ਕੰਜਰੀ ਦੇ ਘਰ ਜਾਣ ਨੂੰ ਤਿਆਰ ਹੋ ਗਿਆ। ਅੱਗੇ ਗੁਰੂ ਗੋਬਿੰਦ ਸਿੰਘ ਪਹਿਰੇਦਾਰ ਬਣ ਕੇ ਖੜ ਗਏ। ਕਹਿੰਦੇ ਜਾ ਬਈ, ਕੋਈ ਅੰਦਰ ਗਿਆ ਹੋਇਆ ਹੈ। ਜਦੋਂ ਇਹ ਜਾਵੇ ਉਹ ਪਹਿਰੇਦਾਰ ਮੋੜ ਦੇ। ਹੁਣ ਪਹਿਰੇਦਾਰ ਨੇ ਵੇਖਿਆ ਵੀ ਅੰਮ੍ਰਿਤ ਵੇਲਾ ਹੋ ਗਿਆ, ਇਹਦੇ ਪਾਪ ਅੰਦਰ ਵੜਿਆ ਹੋਇਆ। ਗੁਰੂ ਸਾਹਿਬ ਪਹਿਰੇਦਾਰ ਬਣ ਕੇ ਖੜੇ ਰਹੇ। ਕਹਿਣ ਲੱਗੇ, ਸਿੱਖ ਤੂੰ ਵੇਖਣ ਨੂੰ ਸਿੱਖ ਲੱਗਦਾ ਹੈ। ਗੁਰੂ ਸਾਹਿਬ ਨੇ ਫਿਰ ਉਸ ਸਮੇਂ ਬਚਨ ਕੀਤੇ, ਕੀ ਆਖੇ ਤੇਰੇ ਸਿਰ ਦਾ ਕੰਘਾ, ਘਰ ਕੰਜਰਾਂ ਦੇ ਉੱਠ ਗਿਓ ਨੰਗਾ। ਕੀ ਆਖਣ ਤੇਰੇ ਸਿਰ ਦੇ ਕੇਸ, ਅੰਦਰ ਠਗਵਾੜਾ ਤੇ ਬਾਹਰ ਸਾਧੂ ਭੇਸ। ਇਵੇਂ ਗੁਰੂ ਸਾਹਿਬ ਨੇ ਫਿਰ ਜਦੋਂ ਬਚਨ ਆਖੇ, ਕਹਿੰਦੇ ਪੰਜੇ ਕੱਕੇ ਧਾਰ ਕੇ ਤੂੰ ਝੂਠ ਬਣਾਇਆ ਠਾਠ। ਉਹ ਜਾ ਸਿੱਖਾ ਘਰ ਆਪਣੇ ਕਰ ਜਪਜੀ ਦਾ ਪਾਠ। ਹੁਣ ਜਪਜੀ ਸਾਹਿਬ ਦੇ ਪਾਠ ਦਾ ਵੇਲਾ ਹੈ ਤੇ ਤੂੰ ਕੰਜਰੀ ਦੇ ਬੂਹੇ ਤੇ ਫਿਰਦਾ। ਤੂੰ ਸਿੱਖ, ਤੇਰੇ 5 ਕਕਾਰ ਪਾਏ ਹੋਏ ਨੇ ਗੁਰੂ ਦੇ, 5 ਨਿਸ਼ਾਨੀਆਂ ਨੇ, ਜਾ ਕੇ ਜਪਜੀ ਦਾ ਪਾਠ ਕਰ। ਉਸੇ ਸਮੇਂ ਮਾਇਆ ਉਤਰ ਗਈ। ਇਹ ਤਾਂ ਗੁਰੂ ਸਾਹਿਬ ਹੀ ਖੜੇ ਆ। ਫਿਰ ਗੁਰੂ ਸਾਹਿਬ ਵੱਲ ਗਿਆ। ਉੱਥੇ ਮਹਾਰਾਜ ਤਾਂ ਜਾਣਦੇ ਸੀ, ਮਾਫੀਆਂ ਮੰਗੀਆਂ। ਗੁਰੂ ਸਾਹਿਬ ਨੇ ਫਿਰ ਕਿਹਾ ਸੀ, ਸਿੱਖਾ ਤੇਰੇ ਨਾਲ ਬਚਨ ਸੀ ਕਿ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ, ਤੇ ਮੈਨੂੰ ਤੇਰੀ ਲਾਜ ਰੱਖਣੀ ਪੈਣੀ ਸੀ। ਆਖੋ ਸ੍ਰੀ ਵਾਹਿਗੁਰੂ ਜੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਦੇ ਸਿੱਖ ਦੀ ਆਪ ਲਾਜ ਰੱਖੀ, ਤੇ ਹੰਕਾਰ ਨਹੀਂ ਮਹਾਰਾਜ ਨੂੰ ਚੰਗਾ ਲੱਗਦਾ ਕਿ ਚੰਗੇ ਕੰਮ ਦਾ ਅਸੀਂ ਹੰਕਾਰ ਕਰ ਲਈਏ। ਹੋਇਆ ਚੰਗਾ ਕੰਮ ਸਾਡੇ ਤੋਂ ਗੁਰੂ ਨੇ ਕਰਾਇਆ, ਅਸੀਂ ਨਹੀਂ ਕਰ ਸਕਦੇ ਸੀ। ਸਾਨੂੰ ਤਾਂ ਸ਼ੁਕਰਾਨਾ ਕਰਨਾ ਚਾਹੀਦਾ ਗੁਰੂ ਦਾ। ਅਹਿਸਾਨ ਕੀਤਾ ਗੁਰੂ ਨੇ ਸਾਡੇ ਤੇ, ਸਾਡੇ ਤੋਂ ਚੰਗਾ ਕੰਮ ਕਰਾਇਆ, ਤੇ ਅਸੀਂ ਕਰਾਂਗੇ ਹੰਕਾਰ ਤੇ ਗੁਰੂ ਨੂੰ ਪਾਏਗਾ ਨਹੀਂ। ਉੱਥੇ ਅੰਦਰ ਸ਼ੁਕਰਾਨਾ ਆਵੇ, ਗੁਰੂ ਸਾਹਿਬ ਦਾ ਧੰਨਵਾਦ ਕਰਨਾ ਹੈ ਕਿ ਮਹਾਰਾਜ ਨੇ ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ। ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਾਂ ਉਠਤਾਵੀ। ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ। ਸੇਵਕਾਂ ਦੇ ਕਾਰਜ ਗੁਰੂ ਸਾਹਿਬ ਆਪ ਹਿਰਦਿਆਂ 'ਚ ਬੈਠ ਕੇ ਕਰਾਉਂਦੇ ਆ। ਹਿਰਦਿਆਂ 'ਚ ਬੈਠ ਕੇ ਕਰਾਉਂਦੇ ਆ, ਤੇ ਗੁਰੂ ਸਾਹਿਬ ਆਪ ਕਰਾਉਂਦੇ ਆ। ਆਪਦੇ ਸੇਵਕਾਂ ਦੀ ਆਪ ਲਾਜ ਰੱਖਦੇ ਆ। अपने जन का पर्दा टाके, अपने सेवक की सर पर राखे, अपने दास को दे बढ़ाई, अपने सेवक को नाम जपाई। हुक्मनामा अंदरों श्रवण करो सारी संगत।
ਤੇ ਹੁਣ ਸੁਖਮਣੀ ਦੇ ਪਾਠ ਹੋਣਗੇ। ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ, ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ। ਜਿਨ੍ਹਾਂ ਨੇ ਇਸ਼ਨਾਨ ਪਾਣੀ ਨਹੀਂ ਕੀਤੇ ਜ਼ਰੂਰੀ ਕਰਨੇ ਆ। ਚਾਹੇ ਇਸ਼ਨਾਨ ਕਰਕੇ ਸੁਖਮਨੀ ਸਾਹਿਬ 'ਚ ਆ ਜਾਓ, ਚਾਹੇ ਬਾਅਦ 'ਚ ਕੀਰਤਨ ਵਿੱਚ ਆ ਜਾਓ। ਇਸ਼ਨਾਨ ਕਰਕੇ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਿਓ। ਹੁਣ ਤਾਈਂ ਆਪਣੀ ਰਾਤ ਦਾ ਪ੍ਰੋਗਰਾਮ ਚੱਲ ਰਿਹਾ ਸੀ, ਹੁਣ ਅੰਮ੍ਰਿਤ ਵੇਲਾ ਸ਼ੁਰੂ ਹੋ ਗਿਆ ਹੈ। ਤੇ ਗੁਰੂ ਸਾਹਿਬ ਨੇ ਕੱਲ੍ਹ ਵੀ ਤੁਸੀਂ ਸੁਣਿਆ ਸੀ, ਅੰਮ੍ਰਿਤ ਵੇਲਾ ਸਚ ਨਾਮ ਜਪ ਜਪੀਏ ਕਰ ਇਸ਼ਨਾਨ। ਜਪਜੀ ਸਾਹਿਬ ਇਸ਼ਨਾਨ ਕਰਕੇ ਪੜ੍ਹੀਏ। ਮਹਾਂਪੁਰਖਾਂ ਨੇ ਦਾਸ ਨੂੰ ਕਿਹਾ ਸੀ ਕਿ ਭਾਈ ਜਪਜੀ ਸਾਹਿਬ ਦੇ ਪਾਠ ਕੀਤੇ ਬਗੈਰ ਕੁਝ ਖਾਣਾ ਨਹੀਂ ਸਵੇਰੇ। ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਨੇ ਪਹਿਲੋਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ, ਫਿਰ ਕੋਈ ਚੀਜ਼ ਮੂੰਹ ਨੂੰ ਲਾਉਣੀ ਹੈ। ਕਹਿੰਦੇ ਨੇ ਬਿਨਾਂ ਜਪ ਪੜ੍ਹੇ ਤੋਂ ਗੁਰਬਾਣੀ 'ਚ ਆਉਂਦਾ ਹੈ, ਕੋਈ ਰਸਨਾ ਨੂੰ ਲਾਉਣਾ ਨਹੀਂ ਚਾਹੀਦਾ। ਜਪਜੀ ਸਾਹਿਬ ਦਾ ਪਾਠ ਕਰਕੇ ਰਸਨਾ ਪਵਿੱਤਰ ਕਰਕੇ ਫਿਰ ਕੁਝ ਮਰਜ਼ੀ ਖਾ ਲਓ। 5 ਮਿੰਟਾਂ 'ਚ ਵੀ ਜਪਜੀ ਦਾ ਪਾਠ ਹੋ ਜਾਂਦਾ ਹੈ, 10 'ਚ ਵੀ। ਜੀ ਕੁਝ ਵੀ ਛਕਣਾ ਹੈ, ਪਹਿਲੋਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਇਕਾਗਰਤਾ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਬਹਿ ਕੇ ਜਪਜੀ ਸਾਹਿਬ ਸ਼ਬਦ ਹਜ਼ਾਰਿਆਂ ਦਾ ਪਾਠ ਕਰਕੇ ਫਿਰ ਅੰਨ ਪਾਣੀ ਮੂੰਹ ਨੂੰ ਲਾਉਣਾ। ਉਸ ਤੋਂ ਪਹਿਲੋਂ ਲਾਉਣਾ ਨਹੀਂ ਕੋਈ ਅੰਮ੍ਰਿਤ ਵੇਲੇ। ਹੁਣ ਤਾਂ ਆਪਣੀ ਰਾਤ ਰਹਿਣ ਸਫਾਈ ਚੱਲ ਰਹੀ ਹੈ ਨਾ, ਜਦੋਂ ਵੀ ਸਵੇਰੇ ਉੱਠੋ ਜਪਜੀ ਸਾਹਿਬ ਦਾ ਪਾਠ ਕਰਦੇ ਤੋਂ ਬਾਅਦ ਹੀ ਕੁਝ ਖਾਣਾ ਹੈ। ਤੇ ਇਹ ਸਭ ਤੋਂ ਪਹਿਲੋਂ ਜਪਜੀ ਸਾਹਿਬ ਦੀ ਬਾਣੀ ਜ਼ਰੂਰੀ ਹੈ। ਹਜ ਸਗਾਇਓ ਸੰਜਨਾ ਮੈਂ, ਹਜ ਸਗਾਇਓ ਸੰਤ ਜਨਾ